ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਸੀਂ ਬੱਚਿਆਂ ਦੀ ਰੌਚਕ ਵਾਰਤਾਲਾਪ ਰਾਹੀਂ ਸਰਲ ਗੁਰਬਾਣੀ ਵਿਆਕਰਨ ਸਿੱਖਣ ਦਾ ਯਤਨ ਕਰਾਂਗੇ, ਜਿਸ ਵਿੱਚ ਬੱਚੇ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਦਿਆਂ ਹੀ ਗੁਰਬਾਣੀ ਵਿਆਕਰਨ ਦਾ ਇੱਕ ਨੇਮ ਸਹਿਜੇ ਸਿੱਖ ਜਾਂਦੇ ਨੇ। ਅੱਜ ਦਾ ਇਹ ਪਹਿਲਾ ਭਾਗ ਸਿਰਫ ਭੂਮਿਕਾ ਰੂਪ ਵਿੱਚ ਹੋਏਗਾ ਤੇ ਦੂਸਰੇ ਭਾਗ ਤੋਂ ਗੁਰਬਾਣੀ ਦੀ ਵਿਆਕਰਨ ਸਿੱਖਣਾ ਅਸੀਂ ਸ਼ੁਰੂ ਕਰ ਦਿਆਂਗੇ। ਭਾਗ ਪਹਿਲਾ, ਸ਼ੁਰੂਆਤ ਪੰਜਾਬੀ ਵਿਆਕਰਨ ਤੋਂ। ਕਸ਼ਮੀਰ ਦੇ ਸ਼ਹਿਰ ਬਾਰਾਮੂਲਾ ਦੇ ਗੁਰਦੁਆਰਾ ਸਾਹਿਬ ਵਿਖੇ ਅਸੀਂ ਬੱਚਿਆਂ ਲਈ ਸਿੱਖੀ ਕੈਂਪ ਲਗਾਉਣ ਗਏ। ਉਸ ਕੈਂਪ ਵਿੱਚ 3 ਸਤੰਬਰ 2022 ਦਿਨ ਸ਼ਨੀਵਾਰ ਨੂੰ ਮੇਰਾ ਇੱਕ ਵਿਸ਼ਾ ਗੁਰਬਾਣੀ ਵਿਆਕਰਨ ਬਾਰੇ ਵੀ ਸੀ। ਮੇਰੇ ਸਾਹਮਣੇ ਸਾਰੇ ਬੱਚੇ ਤੇ ਆਲੇ ਦੁਆਲੇ ਸਿੱਖੀ ਦੇ ਧੁਰੰਧਰ ਵਿਦਵਾਨ ਤੇ ਸੰਗਤਾਂ ਸਜੀਆਂ ਹੋਈਆਂ ਸਨ। ਮੈਂ ਸਟੇਜ ਤੇ ਇੱਕ 5-6 ਸਾਲ ਦੇ ਬੱਚੇ ਨੂੰ ਬੁਲਾਇਆ ਤੇ ਉਹਨੂੰ ਕੁਝ ਸਵਾਲ ਕੀਤੇ। ਮੈਂ ਕਿਹਾ, ਪੁੱਤਰ ਜੀ, ਤੁਹਾਡਾ ਨਾਮ ਕੀ ਹੈ? ਬੱਚਾ ਬੋਲਿਆ, ਜੈਦੀਪ ਸਿੰਘ। ਮੈਂ ਕਿਹਾ, ਤੁਹਾਡਾ ਤਾਂ ਨਾਮ ਬਹੁਤ ਪਿਆਰਾ ਹੈ, ਜੈਦੀਪ ਸਿੰਘ। ਬੇਟੇ, ਤੂੰ ਕਿਹੜੀ ਕਲਾਸ ਵਿੱਚ ਪੜ੍ਹਦੀ ਹੈ? ਇਹਦੀ ਗੱਲ ਸੁਣ ਕੇ ਸਾਰੇ ਬੱਚੇ ਹੱਸ ਪਏ। ਜੈਦੀਪ ਸਿੰਘ ਬੜੀ ਪਿਆਰੀ ਜੀ ਮੁਸਕਰਾਹਟ ਨਾਲ ਬੋਲਿਆ, ਪੜ੍ਹਦੀ ਨਹੀਂ, ਮੈਂ ਪੜ੍ਹਦਾ ਹਾਂ। ਮੈਂ ਕਿਹਾ, ਉਹ ਅੱਛਾ, ਤੂੰ ਪੜ੍ਹਦੀ ਹੈ? ਜੈਦੀਪ ਸਿੰਘ ਫਿਰ ਬੋਲਿਆ, ਨਹੀਂ ਜੀ, ਪੜ੍ਹਦੀ ਹਾਂ। ਫਿਰ ਮੱਥੇ ਤੇ ਹੱਥ ਮਾਰ ਕੇ ਕਹਿਣ ਲੱਗਾ, ਓਹੋ, ਤੁਸੀਂ ਮੈਨੂੰ ਵੀ ਭੁਲਾ ਦਿੱਤਾ, ਮੈਂ ਪੜ੍ਹਦਾ ਹਾਂ। ਸਾਰੇ ਬੱਚੇ ਫਿਰ ਹੱਸ ਪਏ। ਮੈਂ ਕਿਹਾ, ਬੇਟਾ, ਤੈਨੂੰ ਪਤਾ ਹੈ ਪੜ੍ਹਨਾ ਹੈ ਕਹਿਣਾ ਹੈ ਕਿ ਪੜ੍ਹਦੀ ਹਾਂ ਕਹਿਣਾ ਹੈ? ਜੈਦੀਪ ਸਿੰਘ ਬੋਲਿਆ, ਹਾਂ ਜੀ, ਮੁੰਡੇ ਨੂੰ ਪੜ੍ਹਦਾ ਹਾਂ ਲੱਗਦਾ ਹੈ ਤੇ ਕੁੜੀ ਨੂੰ ਪੜ੍ਹਦੀ ਹਾਂ ਲੱਗਦਾ ਹੈ। ਮੈਂ ਕਿਹਾ, ਥੈਂਕ ਯੂ, ਤੁਸੀਂ ਮੈਨੂੰ ਇੱਕ ਨਵੀਂ ਗੱਲ ਸਿਖਾ ਦਿੱਤੀ। ਵਾਹ ਜੀ ਵਾਹ, ਤੁਸੀਂ ਤਾਂ ਕੜੀਆਂ ਬਹੁਤ ਸੋਹਣੀਆਂ ਬੰਨੀਆਂ ਨੇ। ਸਾਰੇ ਬੱਚੇ ਫਿਰ ਹੱਸ ਪਏ। ਜੈਦੀਪ ਸਿੰਘ ਬੋਲਿਆ, ਇੱਕੋ ਹੀ ਘੜੀ ਬੰਨੀ ਹੈ ਮੈਂ। ਮੈਂ ਕਿਹਾ, ਉਹ ਹਾਂ, ਤੁਸੀਂ ਤਾਂ ਇੱਕੋ ਹੀ ਘੜੀ ਬਹੁਤ ਸੋਹਣੀਆਂ ਬੰਨੀਆਂ ਨੇ। ਸਾਰੇ ਫਿਰ ਹੱਸ ਪਏ। ਜੈਦੀਪ ਸਿੰਘ ਬੋਲਿਆ, ਨਹੀਂ ਨਹੀਂ, ਏਦਾਂ ਨਹੀਂ ਕਹਿੰਦੇ, ਏਦਾਂ ਕਹਿੰਦੇ ਨੇ ਕਿ ਇਹ ਘੜੀ ਬਹੁਤ ਸੋਹਣੀ ਬੰਨੀ ਹੈ। ਮੈਂ ਕਿਹਾ, ਓਹ ਸੌਰੀ, ਮੈਨੂੰ ਪੰਜਾਬੀ ਬੋਲਣੀ ਭੁੱਲ ਜਾਂਦੀ ਹੈ। ਵਾਹ ਜੀ ਵਾਹ, ਤੁਸੀਂ ਕੜੇ ਬੜੇ ਸੋਹਣੇ ਪਾਏ ਹੋਏ ਨੇ। ਜੈਦੀਪ ਸਿੰਘ ਪਿਆਰੀ ਜੀ ਸਮਾਈਲ ਨਾਲ ਫਿਰ ਮੱਥੇ ਤੇ ਹੱਥ ਮਾਰ ਕੇ ਆਖਦਾ, ਓਹੋ, ਮੈਂ ਤਾਂ ਇੱਕ ਕੜਾ ਪਾਇਆ ਹੈ। ਮੈਂ ਕਿਹਾ, ਉਹ ਹਾਂ, ਇਹ ਤਾਂ ਇੱਕ ਕੜਾ ਹੈ, ਮੈਨੂੰ ਤੇਰਾ ਕੜਾ ਬੜੀ ਚੰਗੀ ਲੱਗਦੀ ਹੈ। ਜੈਦੀਪ ਸਿੰਘ ਫਿਰ ਹੱਸ ਕੇ ਬੋਲਿਆ, ਕੜਾ ਚੰਗੀ ਨਹੀਂ, ਕੜਾ ਚੰਗਾ ਲੱਗਦਾ ਆ। ਮੈਂ ਕਿਹਾ, ਉਹ ਵਾਹ ਜੀ, ਤੁਹਾਨੂੰ ਤਾਂ ਬਹੁਤ ਵਧੀਆ ਪੰਜਾਬੀ ਬੋਲਣਾ ਆਉਂਦਾ ਆ। ਸਾਰੇ ਫਿਰ ਹੱਸ ਪਏ। ਜੈਦੀਪ ਸਿੰਘ ਵੀ ਹੱਸ ਕੇ ਬੋਲਿਆ, ਬੋਲਣਾ ਨਹੀਂ, ਬੋਲਣੀ ਆਉਂਦੀ ਹੈ। ਤੁਹਾਨੂੰ ਤਾਂ ਪੰਜਾਬੀ ਵੀ ਬੋਲਣੀ ਨਹੀਂ ਆਉਂਦੀ, ਕੋਈ ਨਾ, ਮੈਂ ਤੁਹਾਨੂੰ ਸਿਖਾ ਦਿਆਂਗਾ। ਇਸ ਸਾਰੇ ਗੱਲਬਾਤ ਦੌਰਾਨ ਸਾਰੇ ਹੱਸਦੇ ਰਹੇ। ਮੈਂ ਕਿਹਾ, ਠੀਕ ਹੈ ਬੇਟਾ ਜੀ, ਮੈਨੂੰ ਜ਼ਰੂਰ ਪੰਜਾਬੀ ਸਿਖਾ ਦੇਣਾ, ਹੁਣ ਤੁਸੀਂ ਬੈਠ ਜਾਓ। ਬੱਚਾ ਜੈਦੀਪ ਸਿੰਘ ਬਾਕੀ ਬੱਚਿਆਂ 'ਚ ਜਾ ਕੇ ਬੈਠ ਜਾਂਦਾ ਹੈ। ਮੈਂ ਫਿਰ ਬੱਚਿਆਂ ਨੂੰ ਸੰਬੋਧਨ ਹੋ ਕੇ ਬੋਲਿਆ, ਸਿੱਖ ਪੰਥ ਦੇ ਮਹਾਨ ਵਿਦਵਾਨ ਤੇ ਗੁਰਮਤਿ ਰਾਗਾਂ ਦੇ ਮਾਹਰ ਭਾਈ ਗੁਰਜੀਤ ਸਿੰਘ ਜੀ ਆਜ਼ਾਦ ਹੁਣੇ ਸਟੇਜ ਤੋਂ ਇੱਕ ਗੱਲ ਕਹਿ ਕੇ ਗਏ ਸਨ ਕਿ ਕੋਈ ਐਸਾ ਸੰਗੀਤ ਨਹੀਂ ਜਿਸ ਵਿੱਚ ਰਾਗ ਨਾ ਹੋਵੇ। ਮੈਂ ਕਹਿੰਦਾ ਹਾਂ ਕਿ ਕੋਈ ਐਸੀ ਗੱਲਬਾਤ ਨਹੀਂ ਜਿਸ ਵਿੱਚ ਵਿਆਕਰਨ ਨਾ ਹੋਵੇ। ਵਿਆਕਰਨ ਸਾਰਿਆਂ ਨੂੰ ਆਉਂਦਾ ਹੈ। ਇਸੇ ਕਰਕੇ ਛੋਟੇ ਜਿਹੇ ਬੱਚੇ ਜੈਦੀਪ ਸਿੰਘ ਨੂੰ ਵੀ ਪਤਾ ਹੈ ਕਿ ਮੈਂ ਪੜ੍ਹਦਾ ਹਾਂ ਨਹੀਂ ਕਹਿਣਾ, ਮੈਂ ਪੜ੍ਹਦੀ ਹਾਂ ਕਹਿਣਾ ਹੈ। ਮੈਂ ਜਾਣ-ਬੁੱਝ ਕੇ ਇਸ ਤਰ੍ਹਾਂ ਕਿਹਾ ਤੇ ਸਾਰੇ ਬੱਚੇ ਹੱਸ ਪਏ। ਬੱਚਿਆਂ ਵਿੱਚੋਂ ਫਿਰ ਜੈਦੀਪ ਸਿੰਘ ਦੀ ਉੱਚੀ ਆਵਾਜ਼ ਆਈ, ਮੈਂ ਪੜ੍ਹਦਾ ਹਾਂ, ਮੈਂ ਮੁੰਡਾ ਹਾਂ। ਸਾਰੇ ਬੱਚੇ ਫਿਰ ਹੱਸਦੇ ਨੇ। ਮੈਂ ਕਿਹਾ, ਜੈਦੀਪ ਸਿੰਘ ਸਕੂਲ ਵਿੱਚ ਪੜ੍ਹਦੀ ਹੈ ਤੇ ਜੈਦੀਪ ਸਿੰਘ ਦਾ ਕੜਾ ਵੀ ਬਹੁਤ ਸੋਹਣੀ ਹੈ। ਸਾਰੇ ਬੱਚੇ ਬੋਲਦੇ ਨੇ, ਨਹੀਂ ਨਹੀਂ, ਜੈਦੀਪ ਸਿੰਘ ਸਕੂਲ ਪੜ੍ਹਦਾ ਹੈ ਤੇ ਉਸਦਾ ਕੜਾ ਵੀ ਬਹੁਤ ਸੋਹਣਾ ਹੈ। ਮੈਂ ਕਿਹਾ, ਬਿਲਕੁਲ ਠੀਕ, ਪੁਲਿੰਗ ਵਾਸਤੇ ਪੜਦਾ ਲੱਗੇਗਾ ਤੇ ਇਸਤਰੀ ਲਿੰਗ ਵਾਸਤੇ ਪੜ੍ਹਦੀ ਲੱਗੇਗਾ। ਇਸੇ ਤਰ੍ਹਾਂ ਜੇ ਵਿਸ਼ੇਸ਼ਣ ਪੁਲਿੰਗ ਲਈ ਹੈ ਤਾਂ ਸੋਹਣਾ, ਜੇ ਵਿਸ਼ੇਸ਼ਣ ਇਸਤਰੀ ਲਿੰਗ ਲਈ ਹੈ ਤਾਂ ਸੋਹਣੀ ਲੱਗੇਗਾ। ਤੁਹਾਨੂੰ ਤਾਂ ਸਾਰਿਆਂ ਨੂੰ ਪੰਜਾਬੀ ਦਾ ਵਿਆਕਰਨ ਆਉਂਦਾ ਹੈ, ਤੁਹਾਨੂੰ ਤਾਂ ਇੱਕ ਵਚਨ ਤੇ ਬਹੁਵਚਨ ਵੀ ਆਉਂਦੇ ਹੋਣਗੇ। ਚਲੋ ਬੱਚਿਓ, ਮੈਂ ਤੁਹਾਡਾ ਟੈਸਟ ਲੈਂਦਾ ਹਾਂ, ਤੁਸੀਂ ਬਹੁਵਚਨ ਬਣਾਓ। ਕੁਰਸੀ। ਬੱਚੇ ਬੋਲੇ, ਕੁਰਸੀਆਂ। ਮੈਂ ਕਿਹਾ, ਬਰਫੀ। ਬੱਚੇ ਬੋਲੇ, ਬਰਫੀਆਂ। ਮੈਂ ਕਿਹਾ, ਪਰਦਾ। ਬੱਚੇ ਬੋਲੇ, ਪਰਦੇ। ਮੈਂ ਕਿਹਾ, ਨਹੀਂ ਜੀ, ਪਰਦੀਆਂ।
ਸਾਰੇ ਹੱਸਦੇ ਨੇ। ਬੱਚੇ ਬੋਲੇ, ਪਰਦਾ ਦਾ ਬਹੁਵਚਨ ਪਰਦੇ ਹੁੰਦਾ ਆ। ਮੈਂ ਕਿਹਾ ਤੀਲਾ। ਬੱਚੇ ਬੋਲੇ, ਤੀਲੇ। ਮੈਂ ਕਿਹਾ ਨਹੀਂ ਜੀ, ਤੀਲੇ ਦਾ ਬਹੁਵਚਨ ਝਾੜੂ ਹੁੰਦਾ ਆ। ਸਾਰੇ ਫਿਰ ਹੱਸਦੇ ਨੇ। ਫਿਰ ਬੱਚੇ ਬੋਲੇ, ਨਹੀਂ ਜੀ, ਤੀਲੇ ਹੁੰਦਾ ਆ। ਮੈਂ ਕਿਹਾ ਚਲੋ ਦੱਸੋ, ਪਜਾਮਾ ਇੱਕ ਵਚਨ ਹੈ ਕਿ ਬਹੁਵਚਨ? ਬੱਚੇ ਬੋਲੇ, ਇੱਕ ਵਚਨ। ਮੈਂ ਕਿਹਾ ਨਹੀਂ ਜੀ, ਪਜਾਮਾ ਉੱਪਰੋਂ ਇੱਕ ਵਚਨ ਹੁੰਦਾ ਆ ਤੇ ਹੇਠਾਂ ਆ ਕੇ ਬਹੁਵਚਨ ਬਣ ਜਾਂਦਾ ਆ। ਸਾਰੇ ਉੱਚੀ ਉੱਚੀ ਹੱਸਦੇ ਨੇ। ਇਸ ਤਰ੍ਹਾਂ ਹਲਕੀ ਫੁਲਕੀ ਗੱਲਬਾਤ ਦੌਰਾਨ ਮੈਂ ਗੁਰਬਾਣੀ ਵਿਆਕਰਨ ਦੇ ਨੇਮ ਸਮਝਾਉਣੇ ਸ਼ੁਰੂ ਕਰ ਦਿੱਤੇ ਤੇ ਥੋੜੇ ਜਿਹੇ ਸਮੇਂ ਵਿੱਚ ਹੀ ਉਹਨਾਂ ਬੱਚਿਆਂ ਨੇ ਤੇ ਹਾਜ਼ਰ ਸੰਗਤਾਂ ਨੇ ਹੱਸਦੇ ਹੱਸਦੇ ਗੁਰਬਾਣੀ ਵਿਆਕਰਨ ਦੇ 3 ਕੀਮਤੀ ਨੇਮ ਸਿੱਖ ਲਏ। ਬਾਅਦ ਵਿੱਚ ਕਈਆਂ ਨੇ ਮੈਨੂੰ ਆ ਕੇ ਕਿਹਾ ਕਿ ਗੁਰਬਾਣੀ ਵਿਆਕਰਨ ਤਾਂ ਬਹੁਤ ਸੌਖਾ ਹੈ, ਸਾਨੂੰ ਇਹ 3 ਨੇਮ ਤਾਂ ਹੁਣ ਕਦੀ ਵੀ ਭੁੱਲ ਨਹੀਂ ਸਕਦੇ। ਇੱਕ ਨਾਰਮਲ ਜੀ ਘਟਨਾ ਸੀ ਜਿਹਦੇ ਬਾਰੇ ਮੈਨੂੰ ਦੱਸਣ ਦੀ ਲੋੜ ਨਹੀਂ, ਇਸ ਲਈ ਮੈਂ ਘਟਨਾ ਦੱਸ ਕੇ ਆਪ ਦਾ ਕੀਮਤੀ ਟਾਈਮ ਵੇਸਟ ਨਹੀਂ ਕਰਾਂਗਾ। ਸਾਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਜਾਂਦਾ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਗਾਧ ਬੋਧ ਹੈ, ਇਸ ਨੂੰ ਨਾ ਕੋਈ ਸਮਝ ਸਕਦਾ ਹੈ, ਨਾ ਹੀ ਇਸ ਉੱਤੇ ਕਿਸੇ ਵਿਆਕਰਨ ਦਾ ਅਸਰ ਹੈ। ਗੁਰਬਾਣੀ ਤੇ ਕੋਈ ਵਿਆਕਰਨ ਲਾਗੂ ਨਹੀਂ ਹੁੰਦਾ। ਅਸਲੀਅਤ ਤਾਂ ਇਹ ਹੈ ਕਿ ਬੱਚੇ ਵੀ ਵਿਆਕਰਨ ਸਿੱਖੇ ਸਿਖਾਏ ਹੀ ਆਉਂਦੇ ਨੇ। ਵਿਆਕਰਨ ਤੋਂ ਬਿਨਾਂ ਤੇ ਅਸੀਂ ਸਾਰਥਕ ਵਾਕ ਬੋਲ ਵੀ ਨਹੀਂ ਸਕਦੇ। ਵਿਆਕਰਨ ਤੋਂ ਬਿਨਾਂ ਬੋਲਣਾ ਹੋਵੇ ਤੇ ਮੈਨੂੰ ਨਿਰਰਥਕ ਕਹਿਣਾ ਪਏਗਾ, ਮੈਂ ਵਿਆਕਰਨ ਨੂੰ ਬਿਨਾਂ ਬੋਲ ਰਹੀਆਂ ਸਨ। ਗਲਤ ਹੋ ਗਿਆ ਨਾ। ਮੈਨੂੰ ਵਿਆਕਰਨ ਅਨੁਸਾਰ ਇਹ ਕਹਿਣਾ ਪਏਗਾ, ਮੈਂ ਵਿਆਕਰਨ ਤੋਂ ਬਿਨਾਂ ਬੋਲ ਰਿਹਾ ਹਾਂ। ਇਸੇ ਤਰ੍ਹਾਂ ਵਿਆਕਰਨ ਤੋਂ ਬਿਨਾਂ ਤੇ ਅਸੀਂ ਲਿਖ ਵੀ ਨਹੀਂ ਸਕਦੇ। ਕੀ ਲਿਖਾਂਗਾ ਕਿ ਮੈਂ ਵਿਆਕਰਨ ਤੋਂ ਬਿਨਾਂ ਲਿਖਦੀ ਹਾਂ? ਨਹੀਂ ਨਾ, ਇਹੀ ਲਿਖਣਾ ਪਏਗਾ ਨਾ ਕਿ ਮੈਂ ਵਿਆਕਰਨ ਤੋਂ ਬਿਨਾਂ ਲਿਖਦਾ ਹਾਂ। ਸਪਸ਼ਟ ਹੈ ਕਿ ਕੁਝ ਵੀ ਸਾਰਥਕ ਵਾਕ ਲਿਖਣਾ ਜਾਂ ਬੋਲਣਾ ਹੋਵੇ ਤਾਂ ਵਿਆਕਰਨ ਦੇ ਨੇਮ ਜ਼ਰੂਰ ਲਾਗੂ ਹੁੰਦੇ ਨੇ। ਪੰਜਾਬੀ ਵਿਆਕਰਨ ਤਾਂ ਸਭ ਨੂੰ ਆਉਂਦਾ ਹੀ ਹੈ, ਇਸ ਲਈ ਮੈਂ ਪੰਜਾਬੀ ਦੇ ਵਿਆਕਰਨ ਬਾਰੇ ਅੱਜ ਕੁਝ ਨਹੀਂ ਕਵਾਂਗਾ। ਅੱਜ ਅਸੀਂ 21ਵੀਂ ਸਦੀ ਦੇ ਤੀਜੇ ਦਹਾਕੇ ਦੇ ਚੌਥੇ ਸਾਲ 'ਚ ਵਿਚਰ ਰਹੇ ਹਾਂ। ਇਸ ਯੁੱਗ ਵਿੱਚ ਅਸੀਂ ਇੰਨੇ ਸਿਆਣੇ ਹਾਂ ਕਿ ਕੁਝ ਖਰੀਦ ਕੇ ਖਾਣਾ ਹੋਵੇ ਤੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਅਸੀਂ ਕੀ ਖਾ ਰਹੇ ਹਾਂ। ਇਹਦੇ 'ਚ ਕਿੰਨੀ ਸ਼ੂਗਰ ਹੈ, ਕਿੰਨਾ ਸਾਲਟ ਹੈ, ਕਿੰਨੀ ਫੈਟ ਹੈ, ਕਿੰਨੀ ਕੈਲੋਰੀਜ਼ ਨੇ। ਕੋਈ ਕੱਪੜਾ ਪਾਣਾ ਹੋਵੇ ਤੇ ਅਸੀਂ ਜਾਣਨਾ ਚਾਹੁੰਦੇ ਹਾਂ ਇਹਦੇ ਵਿੱਚ ਕਿੰਨੀ ਕਾਟਨ ਹੈ, ਕਿੰਨੀ ਪੋਲੀਸਟਰ ਹੈ। ਕੋਈ ਫੋਨ ਜਾਂ ਕੰਪਿਊਟਰ ਵੀ ਖਰੀਦਣਾ ਹੋਵੇ ਤੇ ਅਸੀਂ ਉਹਦੇ ਸਾਰੇ ਫੀਚਰਸ ਜਾਣਨਾ ਚਾਹੁੰਦੇ ਹਾਂ। ਹੋਰ ਛੱਡੋ, ਜੇ ਇੱਕ ਆਟੇ ਦਾ ਬੈਗ ਹੀ ਲੈਣਾ ਹੋਵੇ ਤਾਂ ਅਸੀਂ ਜਾਣਨਾ ਚਾਹੁੰਦੇ ਹਾਂ ਕਿ 10 ਰੁਪਏ ਸਸਤਾ ਕਿੱਥੋਂ ਮਿਲਦਾ ਹੈ, ਅਸੀਂ ਉੱਥੋਂ ਲੈਣ ਚਲੇ ਜਾਂਦੇ ਹਾਂ। ਗੱਲ ਕੀ, ਦੁਨਿਆਵੀ ਤੌਰ ਤੇ ਅਸੀਂ ਬਹੁਤ ਸਿਆਣੇ ਹੋ ਗਏ ਹਾਂ, ਪਰ ਧਰਮ ਦੀ ਦੁਨੀਆ ਵਿੱਚ ਬਹੁਤ ਪਿੱਛੇ ਰਹਿ ਗਏ ਹਾਂ। ਸਿੱਖ ਜਪਜੀ ਸਾਹਿਬ ਦਾ ਪਾਠ ਤੇ ਕਈ ਸਾਲਾਂ ਤੋਂ ਕਰ ਰਹੇ ਆ, ਪਰ ਜਾਣਨਾ ਨਹੀਂ ਚਾਹੁੰਦਾ ਕਿ ਇਸ ਵਿੱਚ ਹੈ ਕੀ। ਇਹ ਨਹੀਂ ਜਾਣਨਾ ਚਾਹੁੰਦਾ ਕਿ ਜਪਜੀ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮੈਨੂੰ ਕੀ ਸਮਝਾ ਰਹੇ ਹਨ। ਅਸੀਂ ਰੋਜ਼ ਪੜ ਰਹੇ ਹਾਂ, ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਪਰ ਅਜੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਸਵਸਤ ਦਾ ਕੀ ਅਰਥ ਹੈ, ਆਥ ਕਿਸ ਨੂੰ ਕਹਿੰਦੇ ਨੇ, ਬਾਣੀ ਬਰਮਾਓ ਇਕੱਠਾ ਪੜ੍ਹਨਾ ਹੈ ਜਾਂ ਅਲੱਗ-ਅਲੱਗ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ, ਇਸ ਤੁਕ ਵਿੱਚ ਭੁਗਤ ਕਿਸ ਨੂੰ ਆਖਦੇ ਨੇ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਇਹ ਆਈ ਪੰਥ ਕਿਹੜਾ ਹੈ। ਕੀਤੀ ਦਾਤ ਜਾਣੈ ਕੌਣ ਕੂਤ, ਇੱਥੇ ਕੂਤ ਕਿਸ ਨੂੰ ਕਿਹਾ ਗਿਆ ਹੈ। ਜਪਜੀ ਸਾਹਿਬ ਦਾ ਪਾਠ ਕਰਨਾ ਮੁਬਾਰਕ ਹੈ, ਪਰ 1 ਸਾਲ ਬਾਅਦ ਤਾਂ ਬੱਚਾ ਵੀ ਆਪਣੀ ਕਲਾਸ ਬਦਲ ਲੈਂਦਾ ਹੈ, ਉਸ ਦਾ ਸਿਲੇਬਸ ਵੀ 1 ਸਾਲ ਬਾਅਦ ਬਦਲ ਜਾਂਦਾ ਹੈ। ਲੱਗਦਾ ਹੈ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਇੱਕੋ ਕਲਾਸ 'ਚ ਹੀ ਬੈਠੇ ਹਾਂ। ਗੁਰਬਾਣੀ ਦੇ ਪਾਠ ਤੋਂ ਅਗਲੀ ਕਲਾਸ ਗੁਰਬਾਣੀ ਦੇ ਅਰਥ ਸਮਝਣ ਦੀ ਹੈ, ਫਿਰ ਉਸ ਤੋਂ ਅਗਲੀ ਕਲਾਸ ਗੁਰਬਾਣੀ ਦੀ ਵਿਚਾਰ ਦੀ ਵੀ ਹੈ, ਫਿਰ ਉਸ ਤੋਂ ਅਗਲੀ ਕਲਾਸ ਗੁਰਬਾਣੀ ਦੇ ਉਪਦੇਸ਼ ਅਨੁਸਾਰ ਜ਼ਿੰਦਗੀ ਜਿਉਣ ਦੀ ਵੀ ਹੈ। ਗੁਰਬਾਣੀ ਵਿਆਕਰਨ ਇੱਕ ਉਹ ਸਾਧਨ ਹੈ ਜਿਸ ਤਰ੍ਹਾਂ ਹੀ ਅਸੀਂ ਲਗਭਗ 500 ਸਾਲ ਪਹਿਲਾਂ ਦੀ ਭਾਖਾ ਬੋਲੀ ਅਤੇ ਗੁਰੂ ਸਾਹਿਬ ਦੇ ਜ਼ਮਾਨੇ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੋਈ ਗੁਰਬਾਣੀ ਨੂੰ ਸਮਝ ਸਕਦੇ ਹਾਂ। ਗੁਰਬਾਣੀ ਵਿਆਕਰਨ ਦੇ ਨਿਯਮਾਂ ਨੂੰ ਸਿੱਖ ਕੇ ਗੁਰਬਾਣੀ ਦਾ ਪਾਠ ਕਰਦਿਆਂ ਸਹਿਜੇ ਹੀ ਅਰਥਾਂ ਦੀ ਸੋਝੀ ਪੈ ਜਾਂਦੀ ਹੈ। ਹੁਣ ਗੁਰਬਾਣੀ ਦੇ ਅਰਥਾਂ ਨੂੰ ਸਮਝ ਕੇ ਪਾਠ ਕਰਦਿਆਂ ਕੀ ਫਾਇਦਾ ਹੋਏਗਾ। ਗੁਰਬਾਣੀ ਨੂੰ ਸਮਝਣ ਤੇ ਸਾਨੂੰ 2 ਫਾਇਦੇ ਹੋਣਗੇ। ਇੱਕ ਤਾਂ ਸਾਡਾ ਡੋਲਦਾ ਭਟਕਦਾ ਮਨ
ਗੁਰਬਾਣੀ ਨਾਲ ਜੁੜ ਕੇ ਇਕਾਗਰ ਹੋ ਜਾਏਗਾ। ਦੂਜਾ, ਸਾਨੂੰ ਸਤਿਗੁਰੂ ਜੀ ਦੇ ਉਪਦੇਸ਼ ਦੀ ਸਮਝ ਪੈ ਜਾਏਗੀ, ਅਸੀਂ ਗਿਆਨਵਾਨ ਬਣ ਜਾਵਾਂਗੇ। ਗੁਰਬਾਣੀ ਦਾ ਫਰਮਾਨ ਹੈ ਕਿ ਕੋਈ ਵਿਰਲਾ ਗੁਰਸਿੱਖ ਗੁਰ ਸ਼ਬਦ ਦੀ ਵਿਚਾਰ ਕਰਦਾ ਹੈ। ਜੋ ਸ਼ਬਦ ਦੀ ਵਿਚਾਰ ਕਰਦਾ ਹੈ ਉਹ ਆਪ ਵੀ ਤਰ ਜਾਂਦਾ ਹੈ ਤੇ ਆਪਣੀਆਂ ਸਾਰੀਆਂ ਕੁਲਾਂ ਦਾ ਉਧਾਰ ਵੀ ਕਰ ਦਿੰਦਾ ਹੈ। ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ, ਆਪ ਤਰੈ ਸਗਲੇ ਕੁਲ ਉਧਾਰਾ। ਅਖੀਰ ਦੇ ਵਿੱਚ ਇਹ ਕਹਿਣ ਦੀ ਲੋੜ ਨਹੀਂ ਹੈ, ਸਾਰੇ ਹੀ ਜਾਣਦੇ ਨੇ ਕਿ ਪ੍ਰਿੰਸੀਪਲ ਤੇਜਾ ਸਿੰਘ ਜੀ, ਪ੍ਰੋਫੈਸਰ ਸਾਹਿਬ ਸਿੰਘ ਜੀ, ਪੰਡਿਤ ਕਰਤਾਰ ਸਿੰਘ ਦਾਖਾ, ਭਾਈ ਰਣਧੀਰ ਸਿੰਘ ਜੀ ਹੋਰਾਂ ਦੀ ਗੁਰਬਾਣੀ ਵਿਆਕਰਨ ਦੇ ਖੇਤਰ ਵਿੱਚ ਕੌਮ ਨੂੰ ਬਹੁਤ ਵੱਡੀ ਦੇਣ ਹੈ। ਬਾਬਾ ਗੁਰਬਚਨ ਸਿੰਘ ਜਥਾ ਪਿੰਡਰਾ ਕਲਾਂ, ਭਾਈ ਹਰਬੰਸ ਸਿੰਘ ਜੀ ਵੱਲੋਂ ਗੁਰਬਾਣੀ ਉਚਾਰਨ ਸੇਧਾਂ ਦੇ ਵਿੱਚ ਮਹਾਨ ਯੋਗਦਾਨ ਪਾਇਆ ਗਿਆ ਹੈ। ਮਿਸ਼ਨਰੀ ਕਾਲਜਾਂ ਦੀਆਂ ਵਿਆਕਰਨਿਕ ਨਿਯਮਾਂ ਦੀਆਂ ਬਹੁਤ ਸਾਰੀਆਂ ਕੀਮਤੀ ਪੁਸਤਕਾਂ ਨੇ ਤਾਂ ਗੁਰਬਾਣੀ ਵਿਆਕਰਨ ਖੇਤਰ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ਅਜੋਕੇ ਸਮੇਂ ਵਿੱਚ ਗੁਰਬਾਣੀ ਵਿਆਕਰਨ ਦੇ ਕੌਮੀ ਵਿਦਵਾਨ ਪ੍ਰੋਫੈਸਰ ਮਨਿੰਦਰਪਾਲ ਸਿੰਘ ਜੀ ਤੇ ਸਾਰੀ ਕੌਮ ਨੂੰ ਅਥਾਹ ਮਾਣ ਹੈ। ਲਗਾਤਾਰ ਪਿਛਲੇ 30 ਸਾਲਾਂ ਤੋਂ ਇਹਨਾਂ ਸਭਨਾਂ ਪਾਸੋਂ ਕਿਣਕਾ ਲੈ ਕੇ ਮੈਂ ਜੋ ਕੁਝ ਗੁਰਬਾਣੀ ਵਿਆਕਰਨ ਬਾਰੇ ਸਮਝ ਸਕਿਆ ਹਾਂ, ਉਸ ਦੀ ਲੜੀਵਾਰ ਵਿਚਾਰ ਆਪ ਜੀ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗਾ। ਸਰਲ ਗੁਰਬਾਣੀ ਵਿਆਕਰਨ ਦੀ ਲੜੀਵਾਰ ਵਿਚਾਰ ਵਿੱਚ ਅਸੀਂ ਘਰ ਬੈਠਿਆਂ ਹੀ ਬਹੁਤ ਸੌਖੇ ਤਰੀਕੇ ਦੇ ਨਾਲ ਗੁਰਬਾਣੀ ਦੇ ਨੇਮ ਸਮਝਣ ਦਾ ਯਤਨ ਕਰਾਂਗੇ। ਆਪ ਜੀ ਆਪਣੀਆਂ ਡਾਇਰੀਆਂ ਤੇ ਨੋਟਸ ਲਿਖਣ ਲਈ ਹੁਣੇ ਤੋਂ ਕਮਰ ਕਸ ਲਵੋ ਜੀ। ਹੋਈਆਂ ਭੁੱਲਾਂ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।